ਪਰਮ ਸਨਮਾਨ ਜੋ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਆਪ ਸਾਰਿਆਂ ਨੂੰ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ। ਹਰ ਸ਼ੁੱਕਰਵਾਰ ਭਗਤ ਬਾਣੀ ਵਿੱਚੋਂ ਕੁਝ ਸ਼ਬਦਾਂ ਦੀ ਵਿਚਾਰ ਅਸੀਂ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ। ਅੱਜ ਦਾ ਸ਼ਬਦ ਟੇਢੀ ਪਾਗ ਟੇਢੇ ਚੱਲੇ ਲਾਗੇ ਵੀਰੇ ਖਾਨ, ਭਾਉ ਭਗਤ ਸਿਉ ਕਾਜ ਨ ਕਛੁਐ, ਮੇਰੋ ਕਾਮ ਦੀਵਾਨ। ਸ਼ਬਦੀ ਵਿਚਾਰ ਸਾਡਾ ਸਾਂਝੀ ਕਰ ਰਹੇ ਹਨ ਭੈਣ ਜੀ ਮਨਿੰਦਰ ਕੌਰ ਜੀ। ਭੈਣ ਜੀ ਮਨਿੰਦਰ ਕੌਰ ਜੀ, ਆਪ ਜੀ ਨੂੰ ਬੇਨਤੀ ਕਰ ਰਿਹਾ ਹਾਂ, ਕਿਰਪਾ ਕਰੋ ਜੀ, ਅੱਜ ਦੇ ਸ਼ਬਦੀ ਵਿਚਾਰ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਜਿਸ ਦੀ ਅਸੀਂ ਹੁਣੇ ਵਿਚਾਰ ਕਰਨੀ ਹੈ ਉਹ ਰਾਗ ਕੇਦਾਰਾ ਵਿੱਚ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਸ਼ਬਦ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1124 ਅੰਕ ਤੇ ਦਰਜ ਹੈ। ਸ਼ਬਦ ਹੈ ਟੇਢੀ ਟੇਢੀ ਭਾਗ ਟੇਢੇ ਚਲੇ ਲਾਗੇ ਬੀਰੇ ਖਾਨ, भाव भगत स्यो काज न कछुए, मेरो काम दीवान। राम बिसार्यो है अभिमान, कनक कामनी महासुंदरी, पेख पेख सच मान रहाओ। लालच झूठ बिकार महामद, एह बिध औद बिहान। कह कबीर अंत की बेर, ਆਏ ਲਾਗੋ ਕਾਲ ਨਿਦਾਨ। ਇਹ ਸ਼ਬਦ ਭਗਤ ਕਬੀਰ ਜੀ ਦਾ ਕੇਦਾਰਾ ਰਾਗ ਵਿੱਚ ਉਚਾਰਨ ਕੀਤਾ ਪੰਜਵਾਂ ਸ਼ਬਦ ਹੈ। ਭਗਤ ਕਬੀਰ ਜੀ ਦੇ ਕੇਦਾਰ ਰਾਗ ਵਿੱਚ ਉਚਾਰਨ ਕੀਤੇ ਹੋਏ 6 ਸ਼ਬਦ ਹਨ। ਉਹਨਾਂ ਵਿੱਚੋਂ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਸ਼ਬਦ 4 ਬੰਦਾਂ ਦੇ ਹਨ। ਪੰਜਵਾਂ ਅਤੇ 6ਵਾਂ ਸ਼ਬਦ 2-2 ਬੰਦਾਂ ਦਾ ਹੈ। ਇਹਨਾਂ ਦੇ ਸਿਰਲੇਖ ਵੀ ਇੱਕੋ ਵਾਰ ਆਇਆ ਹੈ। ਰਾਗ ਕੇਦਾਰਾ ਬਾਣੀ ਕਬੀਰ ਜੀਓ ਕੀ। ਇਹ ਸ਼ਬਦ ਵੀ ਜਿਸ ਦੀ ਵਿਚਾਰ ਕਰਨੀ ਹੈ 2 ਬੰਦਾਂ ਦਾ ਹੈ ਅਤੇ ਇੱਕ ਰਹਾਉ ਬੰਦ ਹੈ। ਇਸ ਸ਼ਬਦ ਦਾ ਗਾਇਨ ਹਰਪ੍ਰੀਤ ਕੌਰ ਜੀ ਕਰ ਰਹੇ ਹਨ। ਸੋ ਸ਼ਬਦ ਸਰਵਣ ਕਰਦੇ ਹਾਂ। ਰਾਮ ਬਿਸਾਰਿਓ ਹੈ ਅਭਿਮਾਨ, ਕਨਕ ਕਾਮਨੀ ਮਹਾਸੁੰਦਰੀ, ਪੇਖ ਪੇਖ ਸਚ
ਹਰਪ੍ਰੀਤ ਕੌਰ ਜੀ ਦੀ ਰਸਪਿੰਨੀ ਆਵਾਜ਼ ਵਿੱਚ ਸ਼ਬਦ ਸਰਵਣ ਕੀਤਾ ਹੈ, ਜਿਸ ਦੀ ਰਹਾਉ ਦੀ ਪੰਕਤੀ ਸੀ, ਰਾਮ ਬਿਸਾਰਿਓ ਹੈ ਅਭਿਮਾਨ, ਕਨਕ ਕਾਮਨੀ ਮਹਾ ਸੁੰਦਰੀ, ਪੇਖ ਪੇਖ ਸਚ ਮਾਨ। ਰਹਾਉ। ਜਿਵੇਂ ਕਿ ਸਾਰੇ ਜਾਣਦੇ ਹੀ ਹਾਂ ਕਿ ਰਹਾਉ ਦੀ ਪੰਕਤੀ ਵਿੱਚ ਸ਼ਬਦ ਦਾ ਅੰਤਰੀ ਭਾਵ ਹੁੰਦਾ ਹੈ, ਬਾਕੀ ਦੇ ਬੰਦਾਂ ਵਿੱਚ ਰਹਾਉ ਦਾ ਵਿਸਤਾਰ ਹੁੰਦਾ ਹੈ। ਸਥਾਈ ਦੀ ਪੰਕਤੀ ਹਰ ਅੰਤਰੇ ਤੋਂ ਬਾਅਦ ਬਾਰ-ਬਾਰ ਪੜ੍ਹੀ ਜਾਂਦੀ ਹੈ, ਪਰ ਇਹ ਇੱਕ ਪੂਰੇ ਬੰਦ ਤੋਂ ਬਾਅਦ ਪੜ੍ਹਨੀ ਚਾਹੀਦੀ ਹੈ। ਕਈ ਵਾਰ ਹਰ ਪੰਕਤੀ ਤੋਂ ਬਾਅਦ ਸਥਾਈ ਦੀ ਪੰਕਤੀ ਪੜ੍ਹ ਦਿੱਤੀ ਜਾਂਦੀ ਹੈ, ਖਾਸ ਕਰਕੇ ਜਦੋਂ ਸ਼ਬਦ ਛੋਟਾ ਹੋਵੇ। ਜਦੋਂ ਕਿ ਹਰ ਬੰਦ ਤੋਂ ਬਾਅਦ ਜਦ ਨੰਬਰ ਬਦਲਦਾ ਹੈ ਤਾਂ ਸਥਾਈ ਦਾ ਜਾਂ ਰਹਾਉ ਦੀ ਪੰਕਤੀ ਪੜ੍ਹੀ ਜਾਂਦੀ ਹੈ। ਕਈ ਸ਼ਬਦਾਂ ਵਿੱਚ ਰਹਾਉ ਨਹੀਂ ਹੁੰਦਾ ਹੈ, ਉਹਨਾਂ ਵਿੱਚ ਕੋਈ ਵੀ ਜਿਹੜੀ ਟੁਕਵੀਂ ਹੋਵੇ, ਜਿਸ ਵਿੱਚ ਸ਼ਬਦ ਦਾ ਭਾਵ ਸਪਸ਼ਟ ਹੁੰਦਾ ਹੋਵੇ, ਉਸ ਨੂੰ ਸਥਾਈ ਬਣਾ ਲਿਆ ਜਾਂਦਾ ਹੈ, ਤੇ ਕੋਈ ਪਹਿਲੀ ਜਾਂ ਅਖੀਰਲੀ ਪੰਕਤੀ ਨੂੰ ਸਥਾਈ ਬਣਾ ਕੇ ਵੀ ਪੜ੍ਹਦੇ ਹਨ। ਰਾਮ ਬਿਸਾਰਿਓ ਹੈ ਅਭਿਮਾਨ, ਕਨਕ ਕਾਮਨੀ ਮਹਾ ਸੁੰਦਰੀ, ਪੇਖ ਪੇਖ ਸਚ ਮਾਨ। ਰਹਾਉ। ਇੱਥੇ ਅਭਿਮਾਨ ਤੋਂ ਸਿਆਰੀ ਨਾਲ ਆਇਆ ਹੈ, ਅਹੰਕਾਰ ਵਿੱਚ। ਕਨਿਕ ਸੋਨਾ, ਕਨਿਕ ਤੋਂ ਭਾਵ ਹੈ ਸੋਨਾ, ਕਾਮਨੀ ਇਸਤਰੀ ਲਈ ਆਇਆ ਹੈ, ਮਹਾ ਤੋਂ ਭਾਵ ਬੜੀ, ਪੇਖ ਕੱਕੇ ਦੀ ਸਿਆਰੀ, ਕੇ ਅਰਥ ਦੇ ਰਹੀ ਹੈ ਵੇਖ ਕੇ, ਸੱਚ ਸਦਾ ਟਿਕੇ ਰਹਿਣ ਵਾਲੇ, ਮਾਨ ਮਾਨ ਹੈ ਮੰਨਦਾ ਹੈ ਜਾਂ ਸਮਝਦਾ ਹੈ। ਮਨੁੱਖ ਅਹੰਕਾਰ ਵਿੱਚ ਆ ਕੇ ਪਰਮਾਤਮਾ ਨੂੰ ਭੁਲਾ ਦਿੰਦਾ ਹੈ। ਸੋਨਾ ਅਤੇ ਬੜੀ ਸੋਹਣੀ ਇਸਤਰੀ ਵੇਖ ਵੇਖ ਕੇ ਇਹ ਮਨ ਬੈਠਾ ਹੈ ਕਿ ਇਹ ਸਦਾ ਰਹਿਣ ਵਾਲੇ ਹਨ। ਪਰ ਸਤਿਗੁਰ ਜੀ ਦੀ ਬਾਣੀ ਬਾਰ-ਬਾਰ ਮਨੁੱਖ ਨੂੰ ਸੁਚੇਤ ਕਰਦੀ ਹੈ ਕਿ ਤੂੰ ਰੱਬ ਨੂੰ ਨਾ ਵਿਸਾਰ, ਕਿਉਂਕਿ ਜੇ ਜੀਵਨ ਚੋਂ ਰੱਬ ਵਿਸਰ ਗਿਆ ਤਾਂ ਜੀਵਨ ਦੇ ਵਿੱਚ ਫਿਰ ਅਨੇਕਾਂ ਦੁੱਖ ਵਾਪਰਨਗੇ। ਬਹੁਤ ਵੱਡਾ ਨੁਕਸਾਨ ਹੈ, ਜਿਸ ਨੂੰ ਸਤਿਗੁਰੂ ਜੀ ਨੇ ਸੋਦਰ ਬਾਣੀ ਵਿੱਚ ਕਿਹਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਜਿਉਂ-ਜਿਉਂ ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਤਿਉਂ-ਤਿਉਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। ਪਰ ਜਦੋਂ ਮੈਂ ਪ੍ਰਭੂ ਦਾ ਨਾਮ ਭੁੱਲ ਜਾਂਦਾ ਹਾਂ, ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਇੱਕ ਹੋਰ ਸ਼ਬਦ ਵਿੱਚ ਵੀ ਕਿਹਾ ਕਿ ਕੀ ਵਿਸਰੈ ਦੁੱਖ ਬਹੁਤਾ ਲਾਗੈ, ਦੁੱਖ ਲਾਗੈ ਤੂੰ ਵਿਸਰ ਨਾਹੀ, ਜਾਂ ਤੂੰ ਵਿਸਰੈ ਤਦ ਹੀ ਮਰ ਜਾਉ। ਯਾਨੀ ਰੱਬ ਜਦੋਂ ਜੀਵਨ ਚੋਂ ਵਿਸਰ ਜਾਂਦਾ ਹੈ ਤਾਂ ਮਨੁੱਖ ਸਰੀਰਕ ਤੌਰ ਤੇ ਤਾਂ ਜਿਉਂਦਾ ਹੈ, ਪਰ ਆਤਮਕ ਪੱਖੋਂ ਮਰ ਜਾਂਦਾ ਹੈ, ਇਨਸਾਨੀਅਤ ਮੁੱਕ ਜਾਂਦੀ ਹੈ। ਕਦੇ ਉਸਨੂੰ ਲੋਭ ਮਾਰ ਦਿੰਦਾ ਹੈ, ਕਦੇ ਕ੍ਰੋਧ, ਕਦੇ ਤ੍ਰਿਸ਼ਨਾਵਾਂ ਆਦਿਕ, ਹਰ ਵੇਲੇ ਇਹਨਾਂ ਵਿਕਾਰਾਂ ਦੇ ਹੱਥੋਂ ਜੰਮਦਾ ਮਰਦਾ ਹੈ। ਇਸੇ ਨੂੰ ਹੀ ਸਤਿਗੁਰੂ ਜੀ ਨੇ ਮਨ ਕਰਕੇ ਜੰਮਨ ਮਰਨ ਕਿਹਾ ਹੈ। ਇੱਥੇ ਵੀ ਸ਼ਬਦ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿਹਾ ਹੈ, ਰਾਮ ਬਿਸਾਰਿਓ ਹੈ ਅਭਿਮਾਨ। ਇੱਥੇ ਕਬੀਰ ਸਾਹਿਬ ਸਾਨੂੰ ਰੱਬ ਨੂੰ ਭੁਲਾਉਣ ਦਾ ਕਾਰਨ ਦੱਸਦੇ, ਰੱਬ ਨੂੰ ਭੁੱਲਣ ਦਾ ਕਾਰਨ ਦੱਸਦੇ ਹਨ। ਕਿਉਂ ਵਿਸਾਰਿਆ ਤੂੰ? ਕਿਉਂਕਿ ਤੇਰੇ ਅੰਦਰ ਹੰਕਾਰ ਹੈ, ਅਭਿਮਾਨ ਹੈ। ਹੁਣ ਹੰਕਾਰ ਜਦੋਂ ਆਉਂਦਾ ਹੈ ਤਾਂ ਮੈਂ ਮੇਰੀ ਦੀ ਗੱਲ ਆ ਜਾਂਦੀ ਹੈ। ਪਰ ਇੱਕ ਗੱਲ ਧਿਆਨ ਰੱਖਣ ਦੀ ਲੋੜ ਹੈ ਕਿ ਮੈਂ ਮੇਰੀ ਦਾ ਅਰਥ ਇਹ ਨਹੀਂ ਹੁੰਦਾ ਹੈ ਕਿ ਕੋਈ ਮੇਰੀ ਚੀਜ਼ ਹੈ। ਜਿਵੇਂ ਮੈਂ ਫੋਨ ਵਰਤ ਰਹੀ ਹਾਂ ਤਾਂ ਮੈਂ ਕਹਾਂ ਮੇਰਾ ਫੋਨ ਹੈ, ਜਾਂ ਜਿਸ ਘਰ ਵਿੱਚ ਰਹਿ ਰਹੀ ਹਾਂ ਕਹਾਂ ਮੇਰਾ ਘਰ ਹੈ, ਮੇਰਾ ਘਰ ਹੈ, ਇਹ ਕਿਹਾ ਜਾ ਸਕਦਾ ਹੈ ਤਾਂ ਇਹ ਮੇਰਾ ਹੰਕਾਰ ਹੈ। ਇਸ ਤਰ੍ਹਾਂ ਨਹੀਂ ਹੈ। ਮਸਲਾ ਸ਼ਬਦਾਂ ਦਾ ਤਾਂ ਹੈ ਹੀ ਨਹੀਂ, ਮਸਲਾ ਇਹ ਵਿਹਾਰ ਦਾ ਹੈ। ਆਪਣੀ ਕਿਸੇ ਵੀ ਚੀਜ਼ ਨੂੰ ਜਿਹੜੀ ਸੰਸਾਰਕ ਤੌਰ ਤੇ ਮੈਂ ਵਰਤ ਰਹੀ ਹਾਂ, ਜੇ ਮੈਂ ਕਿਸੇ ਨੂੰ ਦੱਸਣਾ ਹੈ ਤਾਂ ਇਹੀ ਕਹਾਂਗੀ ਕਿ ਇਹ ਮੇਰੀ ਹੈ, ਭਾਵ ਮੈਨੂੰ ਬਿਲੋਂਗ ਕਰਦੀ ਹੈ। ਪਰ ਮਸਲਾ ਕਿੱਥੇ ਖੜਾ ਹੈ? ਜਦੋਂ ਆਪਣੀ ਕਿਸੇ ਵੀ ਤਾਕਤ ਦੀ ਦੁਰਵਰਤੋਂ ਕਰਦੀ ਹਾਂ, ਉਹ ਮੇਰਾ ਹੰਕਾਰ ਹੈ। ਜਿਸ ਬੰਦੇ ਦੇ ਪੱਲੇ ਬਹੁਤ ਸਾਰੀਆਂ ਤਾਕਤਾਂ ਹਨ, ਸਰੀਰਕ ਬਲ ਵੀ ਹੈ, ਆਰਥਿਕ ਬਲ ਵੀ ਹੈ, ਸਮਾਜਿਕ ਬਲ ਵੀ ਹੈ ਅਤੇ ਨਾਲ-ਨਾਲ ਬੌਧਿਕ ਬਲ ਵੀ ਹੈ,
ਇਹਨਾਂ ਚੋਂ ਕਿਸੇ ਵੀ ਤਾਕਤ ਨੂੰ ਜਦੋਂ ਬੰਦਾ ਦੂਜੇ ਨੂੰ ਡਿਗਾਉਣ ਲਈ, ਦੂਜੇ ਦਾ ਨੁਕਸਾਨ ਕਰਨ ਲਈ, ਦੂਜੇ ਦੇ ਬਣਦੇ ਕੰਮ ਨੂੰ ਖਰਾਬ ਕਰਨ ਲਈ ਵਰਤੇਗਾ ਤਾਂ ਇਹ ਉਸਦਾ ਹੰਕਾਰ ਹੈ, ਜਿਸ ਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ, ਕਹਾ ਨਰ ਗਰਬਸ ਥੋੜੀ ਬਾਤ, ਮਨ ਦਸ ਨਾਜ ਟਕਾ ਚਾਰ ਗਾਂਠੀ, एंडो टेढ़ो जात। ਕੋਲ ਜੋ ਹੈ, ਚਾਹੇ ਉਹ ਸਰੀਰਕ ਤੌਰ ਤੇ ਹੈ, ਚਾਹੇ ਉਹ ਆਰਥਿਕ ਪੱਖ ਤੇ ਹੈ, ਬੰਦਾ ਬੜਾ ਹੰਕਾਰ ਕਰਦਾ ਹੈ। ਇੱਕ ਸ਼ਬਦ ਹੋ ਰਿਹਾ ਜਿਸ ਵਿੱਚ ਵੀ ਕਿਹਾ ਕਿ ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ 10 ਮਾਸ ਉਰਧ ਮੁਖ ਰਹਿਤਾ, 100 ਦਿਨ ਕੈਸੇ ਭੂਲਿਆ। ਤੂੰ ਕਿਸ ਹੰਕਾਰ ਵਿੱਚ ਫਿਰਦਾ ਹੈ? ਤੈਨੂੰ ਉਹ ਦਿਨ ਭੁੱਲ ਗਿਆ ਜਦੋਂ ਮਾਂ ਦੇ ਗਰਭ ਵਿੱਚ ਪੁੱਠਾ ਲਟਕਿਆ ਹੋਇਆ ਸੀ, ਕਿੱਡੀ ਮਾੜੀ ਹਾਲਤ ਵਿੱਚ ਸੀ, ਪਰ ਫਿਰ ਵੀ ਤੂੰ ਹੰਕਾਰ ਕਰਦਾ ਹੈ। ਸਤਿਗੁਰੂ ਜੀ ਨੇ ਤਾਂ ਹੰਕਾਰ ਨੂੰ ਕਿਹਾ ਕਿ ਬੜਾ ਦੀਰਘ ਰੋਗ ਹੈ। ਜਿਹੜਾ ਬੰਦਾ ਹੰਕਾਰ ਵਿੱਚ ਜਿਉਂਦਾ ਹੈ, ਹਉਮੈ ਦੀਰਘ ਰੋਗ ਹੈ, दारू भी इस माहे, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਇੱਕ ਤਾਂ दारू ਉਹਦੇ ਵਿੱਚ ਹੀ ਹੈ, ਪਰ ਜਦੋਂ ਸ਼ਬਦ ਦੀ ਕਮਾਈ ਹੋ ਜਾਏ, ਨਹੀਂ ਤਾਂ ਇਹ ਦੀਰਘ ਰੋਗ ਹੈ, ਬੜਾ ਗਹਿਰਾ ਰੋਗ ਹੈ ਜੋ ਛੱਡਦਾ ਨਹੀਂ। ਅਤੇ ਦੂਜੇ ਪਾਸੇ ਇਹ ਵੀ ਕਿਹਾ ਕਿ ਜਿਹੜੇ ਬੰਦੇ ਹੰਕਾਰੀ ਹਨ, ਉਹ ਬੰਦੇ ਤਾਂ ਹੈ ਨਹੀਂ, ਉਹ ਤਾਂ ਡੰਗਰ ਹਨ। ਸੇ ਕੂਕਰ ਸ਼ੂਕਰ ਗਰਦ ਪਵੈ ਗਰਭ ਜੋਨੀ, ਦਈ ਮਾਰੇ ਮਹਾ ਹਤਿਆਰੇ। ਇਸ ਸ਼ਬਦ ਦੇ ਵਿੱਚ ਵੀ ਰਾਹ ਦੀ ਦੂਜੀ ਪੰਕਤੀ ਵਿੱਚ ਵੀ ਕਿਹਾ ਕਿ ਜੇ ਬੰਦਾ ਹੰਕਾਰ ਵਿੱਚ ਹੈ ਤਾਂ ਜ਼ਿੰਦਗੀ ਪ੍ਰਤੀ ਉਸਦਾ ਨਜ਼ਰੀਆ ਕਿਹੋ ਜਿਹਾ ਹੋਏਗਾ। ਕਨਿਕ ਕਾਮਨੀ ਮਹਾ ਸੁੰਦਰੀ, ਪੇਖ ਪੇਖ ਸਚ ਮਾਨ। ਕਨਿਕ ਤੋਂ ਭਾਵ ਸੋਨਾ, ਸਿਰਫ ਸੋਨੇ ਦੀ ਗੱਲ ਨਹੀਂ, ਮਾਇਕ ਪਦਾਰਥ ਵੀ, ਜਿੰਨਾ ਕੁਝ ਮਾਇਕ ਸਰਮਾਇਆ ਉਸਦੇ ਕੋਲ ਹੈ। ਅਤੇ ਕਾਮਨੀ ਮਹਾ ਸੁੰਦਰੀ, ਜਿਹੜੀ ਉਹ ਪਰ ਰੂਪ ਪਰ ਧਨ ਦੀ ਜਿਸ ਦੇ ਅੰਦਰ ਖਿੱਚ ਹੈ, ਪਰਾਏ ਰੂਪ ਪ੍ਰਤੀ ਇਹ ਮਾਇਆ ਦੇ ਸਰੂਪ ਹਨ। ਜਿਸ ਬੁਰਾਈ ਦੇ ਵਿੱਚ ਬੰਦਾ ਰੱਬ ਨੂੰ ਭੁੱਲ ਗਿਆ, ਉਹ ਮਾਇਆ ਹੀ ਹੈ। ਇਹਨਾਂ ਨੂੰ ਸੱਚ ਮੰਨ ਕੇ ਬੈਠਾ ਹੋਇਆ ਹੈ। ਇਹ ਤਾਂ ਅੱਜ ਹੈ, ਕੱਲ ਨਹੀਂ, ਪਰ ਬੰਦਾ ਇਸ ਦੀ ਪਕੜ ਵਿੱਚ ਜੀ ਰਿਹਾ ਹੈ। ਜੇ ਧਨ ਚਾਹੁੰਦਾ ਹੈ, ਧਨ ਇਸ ਦੇ ਕੋਲ ਹੈ, ਮਾਇਕ ਪਦਾਰਥ ਇਸ ਦੇ ਕੋਲ ਹਨ, ਤਾਂ ਇਸ ਤਰ੍ਹਾਂ ਦੀ ਪਕੜ ਕਰਦਾ ਹੈ ਕਿ ਇਹ ਮੇਰੇ ਹੱਥੋਂ ਨਿਕਲ ਨਾ ਜਾਣ, ਕੋਈ ਖੋ ਨਾ ਲਵੇ, ਇਹ ਵੱਧਦਾ ਜਾਏ। ਫਿਰ ਉਸਦੇ ਅਧੀਨ ਇਹ ਉਹਨਾਂ ਨੂੰ ਵਧਾਉਣ ਲਈ, ਉਸਦੀ ਪਕੜ ਵਿੱਚ ਜਿਉਣ ਲਈ, ਫਿਰ ਅਨੈਥਿਕਲ ਨੋਰਮ ਵਿੱਚ, ਅਨੈਤਿਕਤਾ ਦੇ ਵਿੱਚ ਜ਼ਿੰਦਗੀ ਜਿਉਂਦਾ ਹੈ। ਧਨ ਕਮਾਉਣ ਲਈ ਵੀ ਕਿਸੇ ਦਾ ਹੱਕ ਮਾਰੇਗਾ, ਠੱਗੀ ਕਰੇਗਾ, ਹੋਰ ਪਤਾ ਨਹੀਂ ਕੀ ਕਰੇਗਾ, ਜਿਸ ਨੂੰ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਰਹਾਓ, ਤੂੰ ਠੱਗੀਆਂ ਮਾਰ ਮਾਰ ਕੇ ਜਿਹੜਾ ਪਰਾਇਆ ਧਨ ਇਕੱਠਾ ਕੀਤਾ ਹੈ ਤੇ ਲਿਆ ਕੇ ਪਰਿਵਾਰ ਦੇ ਹਵਾਲੇ ਕਰ ਦਿੰਦਾ ਹੈ, ਇਹ ਤੇਰੇ ਨਾਲ ਨਿਭਣਾ ਕੋਈ ਨਹੀਂ। ਇਸ ਦੇ ਅਧੀਨ ਜਦੋਂ ਇਹ ਠੱਗੀ ਮਾਰਦਾ ਹੈ ਤਾਂ ਇਸ ਨੂੰ ਨਾ ਚੰਗੇ ਮੰਦੇ ਦੀ ਸਮਝ ਹੈ, ਨਾ ਆਪਣੇ ਪਰਾਏ ਦੀ। ਲੁੱਟਣ ਲੱਗਿਆ ਇਹ ਸਾਹਮਣੇ ਨਹੀਂ ਦੇਖਦਾ ਕਿ ਮੇਰੇ ਸਾਹਮਣੇ ਕੌਣ ਖੜਾ ਹੈ। ਜਦੋਂ ਇਸ ਦੇ ਅੰਦਰ ਲਾਲਚ ਸਵਾਰ ਹੁੰਦਾ ਹੈ, ਫਿਰ ਇਸ ਨੂੰ ਨਾ ਚੰਗੇ ਮੰਦੇ ਦੀ ਸਮਝ ਹੈ, ਆਪਣਾ ਪਰਾਇਆ ਵੀ ਨਹੀਂ ਸੁਝਦਾ, ਜਿਸ ਨੂੰ ਸਤਿਗੁਰੂ ਜੀ ਨੇ ਬਾਣੀ 'ਚ ਕਿਹਾ, ਸਰ ਅਫਸਰ ਕੀ ਸਾਰ ਨਾ ਜਾਣੈ, ਫਿਰ ਕੀਚ ਬੁਢਾਈ ਜਿਉ। ਇਸ ਨੂੰ ਇਹ ਪਤਾ ਹੀ ਨਹੀਂ ਕਿ ਕਿਵੇਂ ਇਹ ਕੰਮ ਕਰਨਾ ਸੀ, ਕਿਵੇਂ ਜ਼ਿੰਦਗੀ ਜਿਉਣੀ ਸੀ। ਹਾਲਾਂਕਿ ਇਹ ਨਹੀਂ ਹੈ ਕਿ ਇਸ ਨੂੰ ਪਤਾ ਨਹੀਂ ਹੈ ਕਿ ਜਿਸ ਦੇ ਨਾਲ ਮੈਂ ਠੱਗੀ ਮਾਰ ਰਿਹਾ ਹਾਂ ਉਹ ਗਲਤ ਹੈ, ਪਤਾ ਹੈ, ਪਰ ਸਮਝ ਦੀ ਵਰਤੋਂ ਨਹੀਂ ਕਰਦਾ। ਆਮ ਜੀਵਨ ਵਿੱਚ ਦੇਖੀਏ, ਜਦੋਂ ਬੰਦੇ ਨੂੰ ਪਤਾ ਹੁੰਦੇ ਹੋਏ ਵੀ ਕੁਝ ਗਲਤ ਕਰਦਾ ਹੈ ਤਾਂ ਉਹ ਵੱਡਾ ਗੁਨਾਹਗਾਰ ਹੈ। ਇੱਕ ਛੋਟੀ ਜਿਹੀ
ਕਹਾਣੀ ਹੈ ਜਿਸ ਦੇ ਨਾਲ ਅਸੀਂ ਇਸ ਨੂੰ ਸਮਝਣ ਦਾ ਯਤਨ ਕਰਾਂਗੇ। ਇੱਕ ਰਾਜੇ ਨੇ ਆਪਣੇ ਰਾਜ ਦੇ ਵਿੱਚ ਮੁਨਾਦੀ ਕਰਾਈ ਕਿ ਅਸੀਂ ਰਾਜ ਨੂੰ ਸਾਫ਼ ਰੱਖਣਾ ਹੈ। ਜਿਹੜਾ ਵੀ ਕਿਤੇ ਉਰੇ ਪਰੇ ਹੋਰ ਥਾਂ ਤੇ ਕੂੜਾ ਸੱਟੇਗਾ ਉਸ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਏਗੀ। ਮੁਨਾਦੀ ਹੋ ਗਈ, ਸਾਰੇ ਪਾਸੇ ਪੋਸਟਰ ਲੱਗ ਗਏ। ਇੱਕ ਦਿਨ ਸਿਪਾਹੀ ਇੱਕ ਬੰਦੇ ਨੂੰ ਫੜ ਕੇ ਲਿਆਏ ਕਿ ਰਾਜਾ ਜੀ ਇਸ ਨੂੰ ਕੂੜਾ ਸੁੱਟਦੇ ਫੜਿਆ ਹੈ। ਜਿੱਥੇ ਕੂੜਾ ਸੁੱਟਣ ਦੀ ਥਾਂ ਨਹੀਂ ਸੀ ਉੱਥੇ ਕੂੜਾ ਸੁੱਟ ਰਿਹਾ ਸੀ। ਰਾਜੇ ਨੇ ਬੜੀ ਸਖਤ ਸਜ਼ਾ ਸੁਣਾਈ। ਕੁਝ ਦਿਨਾਂ ਬਾਅਦ ਇੱਕ ਹੋਰ ਬੜਾ ਹੀ ਸੁਸ਼ੀਲ ਜਿਹਾ ਬੰਦਾ ਰਾਜੇ ਦੇ ਸਾਹਮਣੇ ਫਿਰ ਪੇਸ਼ ਕੀਤਾ ਗਿਆ। ਉਸਦੀ ਵੀ ਇਹੀ ਗਲਤੀ ਸੀ, ਇਹੀ ਜੁਰਮ ਸੀ ਕਿ ਕੂੜਾ ਉਸ ਵੀ ਗਲਤ ਜਗ੍ਹਾ ਤੇ ਸੁੱਟਿਆ ਸੀ। ਰਾਜੇ ਨੇ ਸਾਰੀ ਗੱਲ ਸੁਣੀ ਤਾਂ ਉਸਨੇ ਕਿਹਾ, ਰਾਜਾ ਜੀ ਮੈਨੂੰ ਪਤਾ ਨਹੀਂ ਸੀ, ਮੈਂ ਅਨਪੜ੍ਹ ਬੰਦਾ ਹਾਂ, ਮੈਂ ਤਾਂ ਆਪ ਚਾਹੁੰਦਾ ਹਾਂ ਕਿ ਸਾਡਾ ਰਾਜ ਸਾਫ਼ ਰਵੇ, ਮੈਂ ਅੱਗੋਂ ਤੋਂ ਇਹ ਗਲਤੀ ਨਹੀਂ ਕਰਾਂਗਾ। ਰਾਜੇ ਨੇ ਉਸਨੂੰ ਥੋੜੀ ਜਿਹੀ ਸਖਤੀ ਦੇ ਨਾਲ ਡਾਂਟਿਆ ਅਤੇ ਜਾਣ ਦਿੱਤਾ। ਦਰਬਾਰੀ ਬੜੇ ਹੈਰਾਨ ਹੋਏ, ਰਾਜਾ ਜੀ ਇਹ ਕਿਦਾਂ ਦਾ ਫੈਸਲਾ ਹੋਇਆ? ਉਸ ਦਿਨ ਜਿਹੜਾ ਬੰਦਾ ਫੜਿਆ ਗਿਆ ਸੀ ਤੁਸੀਂ ਉਸਨੂੰ ਬੜੀ ਸਖਤ ਸਜ਼ਾ ਸੁਣਾਈ ਅਤੇ ਅੱਜ ਇਸ ਨੂੰ ਤੁਸੀਂ ਸਿਰਫ ਝਾੜ ਪੂੰਝ ਕਰਕੇ ਛੱਡ ਦਿੱਤਾ। ਤਾਂ ਰਾਜੇ ਨੇ ਬੜੀ ਪਿਆਰੀ ਗੱਲ ਕਹੀ ਕਿ ਉਹ ਜਿਹੜਾ ਬੰਦਾ ਸੀ ਉਹ ਜਾਣਦਾ ਸੀ, ਉਸਨੂੰ ਪਤਾ ਸੀ ਇਹ ਮੁਨਾਦੀ ਹੋਈ ਹੈ, ਅਸੀਂ ਕੂੜਾ ਉਰੇ ਪਰੇ ਨਹੀਂ ਸੁੱਟਣਾ ਹੈ, ਜਿੱਥੇ ਕੂੜੇ ਦੀ ਥਾਂ ਹੈ ਉੱਥੇ ਹੀ ਸੁੱਟਣਾ ਹੈ। ਪਰ ਉਸਨੇ ਫਿਰ ਵੀ ਇਹ ਗਲਤੀ ਕੀਤੀ, ਇਸਨੇ ਵੀ ਉਹੀ ਗਲਤੀ ਕੀਤੀ, ਪਰ ਇਸ ਬੰਦੇ ਨੂੰ ਪਤਾ ਨਹੀਂ ਸੀ ਕਿ ਇੰਜ ਨਹੀਂ ਕਰਨਾ ਹੈ। ਜਦੋਂ ਮੁਨਾਦੀ ਹੋਈ, ਹੋ ਸਕਦਾ ਹੈ ਉਹ ਉੱਥੇ ਨਹੀਂ ਹੋਣਾ, ਉਸਨੇ ਸੁਣਿਆ ਨਹੀਂ, ਪੜ੍ਹਨਾ ਉਹ ਜਾਣਦਾ ਨਹੀਂ, ਲਿਖਿਆ ਉਸਦੇ ਕੋਲੋਂ ਪੜ੍ਹਿਆ ਨਹੀਂ ਗਿਆ, ਪਰ ਅੱਜ ਉਹ ਮੰਨਦਾ ਹੈ ਕਿ ਨਹੀਂ, ਅੱਜ ਤੋਂ ਬਾਅਦ ਇਹ ਗਲਤੀ ਦੁਬਾਰਾ ਨਹੀਂ ਹੋਏਗੀ, ਇਸ ਲਈ ਉਸਨੂੰ ਛੱਡ ਦਿੱਤਾ। ਯਾਨੀ ਚੰਗੇ ਮੰਦੇ ਦੀ ਸਮਝ ਹੋਣ ਦੇ ਬਾਵਜੂਦ ਵੀ ਜਦੋਂ ਬੰਦਾ ਗਲਤੀ ਕਰੇ, ਸਰ ਅਫਸਰ ਕੀ ਸਾਰ ਨਾ ਜਾਣੇ, ਫਿਰ ਕੀਚ ਬੁਢਾਈ ਜਿਓ, ਫਿਰ ਤਾਂ ਉਸਦੇ ਵਰਗਾ ਗੁਨਾਹਗਾਰ ਨਹੀਂ ਹੈ ਕੋਈ। ਇਸੇ ਤਰ੍ਹਾਂ ਹੀ ਪਰਾਏ ਤਨ ਪ੍ਰਤੀ, ਉਸ ਪ੍ਰਤੀ ਤੁਰਦੇ ਹੋਏ ਵੀ ਇਸਨੂੰ ਕੁਝ ਆਪਣਾ ਪਰਾਇਆ ਨਹੀਂ ਸਮਝ ਆਉਂਦਾ। ਪਰਾਏ ਰੂਪ ਨੂੰ ਮਾਨਣ ਲਈ ਦੇਖਦੇ ਹਾਂ ਕਿ ਪਰਾਏ ਰੂਪ ਨੂੰ ਮਾਨਣ ਦੀ ਜੇ ਭੁੱਖ ਹੈ ਤਾਂ ਸਰਦੀ ਧੁੱਪ ਦੇ ਵਿੱਚ ਵੀ ਕਾਲਜਾਂ ਦੇ ਬਾਹਰ, ਸਕੂਲਾਂ ਦੇ ਬਾਹਰ ਮੋਟਰਸਾਈਕਲਾਂ, ਸਕੂਟਰਾਂ ਤੇ ਨੌਜਵਾਨ ਖੜੇ ਹਨ, ਕਿਉਂਕਿ ਪਰਾਇਆ ਰੂਪ ਮਾਨਣਾ ਹੈ। ਦੂਜੀ ਪਰਾਏ ਰੂਪ ਦੀ ਭੁੱਖ ਹੈ। ਫਿਰ ਬਿਗਾਨੀ ਧੀ ਭੈਣ ਵਿੱਚ ਉਸਦੇ ਵਿੱਚ ਆਪਣੀ ਤਾਂ ਨਜ਼ਰ ਹੀ ਨਹੀਂ ਆਉਂਦੀ। ਭਾਈ ਗੁਰਦਾਸ ਜੀ ਤਾਂ ਸਾਨੂੰ ਸਮਝਾ ਰਹੇ ਹਨ ਕਿ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਿਆ। ਸਾਨੂੰ ਤਾਂ ਆਪਣਾ ਫਰਜ਼ ਹੀ ਭੁੱਲ ਗਿਆ, ਆਪਣੀ ਜ਼ਿੰਮੇਵਾਰੀ ਭੁੱਲ ਗਈ। ਤੇ ਰਹਾਉਬੰਦ ਵਿੱਚ ਕਬੀਰ ਜੀ ਨੇ ਅਹੰਕਾਰ, ਧਨ ਦੌਲਤ ਅਤੇ ਇੰਦਰੀਆਂ ਦੇ ਮੋਹ ਬਾਰੇ ਸਿੱਖਿਆ ਦਿੱਤੀ ਹੈ। ਭਗਤ ਜੀ ਬਾਰ-ਬਾਰ ਇਸ ਪਾਸਿਓਂ ਰੋਕਦੇ ਹਨ, ਪਰ ਬੰਦੇ ਦੀ ਹਾਲਤ ਦੇਖੋ। ਬੰਦੇ ਦੀ ਹਾਲਤ ਨੂੰ ਬਿਆਨਦੇ ਹੋਏ ਕਬੀਰ ਸਾਹਿਬ ਜੀ ਪਹਿਲੇ ਬੰਦ ਵਿੱਚ ਕਹਿੰਦੇ ਹਨ, ਟੇਢੀ ਪਾਗ ਟੇਢੇ ਚਲੇ, ਲਾਗੇ ਬੀਰੇ ਖਾਨ, ਟੇਢੀ ਪਾਉ ਵਿੰਗੀ, ਪਾਗ ਤੁਰਦੇ ਹਨ, ਬੀਰੇ ਤੋਂ ਭਾਵ ਹੈ ਪਾਨ, ਖਾਨ ਲਾਗੇ ਮਤਲਬ ਖਾਨ ਲੱਗਦੇ ਹਨ। ਹੰਕਾਰ ਵਿੱਚ ਵਿੰਗੀ ਪੱਗ ਬੰਨਦਾ ਹੈ, ਆਕੜ ਕੇ ਤੁਰਦਾ ਹੈ, ਪਾਨ ਦੇ ਬੀੜੇ ਖਾਂਦਾ ਹੈ। ਬੀੜੇ ਖਾਣਾ ਇਹ ਪੁਰਾਣੇ ਵੇਲਿਆਂ ਤੋਂ ਹੀ, ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਰਾਜੇ ਮਹਾਰਾਜੇ ਜਾਂ ਚੌਧਰੀ ਜੇ ਬੰਦੇ ਹੁੰਦੇ ਸਨ, ਉਹ ਬੀੜਾ ਖਾਇਆ ਕਰਦੇ ਸਨ। ਉਹ ਉੱਚੇ ਅਹੁਦਿਆਂ ਤੇ ਬੈਠੇ ਲੋਕਾਂ ਦਾ ਪ੍ਰਤੀਕ ਦੇ ਤੌਰ ਤੇ ਵਰਤਿਆ ਹੈ, ਕਿਉਂਕਿ ਅੱਜ ਉਹ ਸਮਾਂ ਨਹੀਂ ਹੈ, ਅੱਜ ਕੋਈ ਰਾਜ ਭਾਗ ਵਾਲਾ ਸਿਸਟਮ ਨਹੀਂ ਹੈ। ਪਰ ਅੱਜ ਵੀ ਜਿਹੜੇ ਬੰਦੇ ਉੱਚੇ ਅਹੁਦਿਆਂ ਤੇ ਬੈਠੇ ਹਨ, ਜਿਨ੍ਹਾਂ ਦੇ ਹੱਥ ਦੇ ਵਿੱਚ ਸੱਤਾ ਹੈ, ਉਹ ਸੱਤਾ ਘਰ ਦੀ ਵੀ ਹੋ ਸਕਦੀ ਹੈ, ਉਹ ਸੱਤਾ ਬਿਜ਼ਨਸ ਦੀ ਵੀ ਹੋ ਸਕਦੀ ਹੈ, ਉਹ ਸੱਤਾ ਸਮਾਜਿਕ ਤੌਰ ਤੇ ਕੋਈ ਕੁਰਸੀ ਵੀ ਹੋ ਸਕਦੀ ਹੈ ਅਤੇ ਰਾਜਨੀਤਿਕ ਸੱਤਾ ਵੀ ਹੋ ਸਕਦੀ ਹੈ। ਇਹੋ ਜਿਹੇ ਬੰਦੇ ਹਰ ਥਾਂ ਤੇ ਮਿਲ ਜਾਣਗੇ। ਸਤਿਗੁਰੂ ਜੀ ਕਹਿੰਦੇ ਹਨ, ਉਹਨਾਂ ਦੀ ਤੋਰ ਵੀ ਟੇਢੀ ਹੈ, ਉਹ ਚਲਦੇ ਵੀ ਟੇਢੇ ਹਨ। ਸਿਰਫ ਤੇ ਸਿਰਫ ਉਹ ਰਾਜਸੀ ਠਾਠ ਬਾਠ ਦੇ ਵਿੱਚ ਜਿਉਂਦੇ ਹੋਏ ਬੰਦੇ ਨੂੰ ਬੰਦਾ ਨਹੀਂ ਸਮਝਦੇ।
ਕਿਉਂ? ਕਿਉਂਕਿ ਉਹ ਜਿੱਥੇ ਜਿਉਂਦੇ ਹਨ, ਜੋ ਦੂਜੀ ਪੰਕਤੀ ਵਿੱਚ ਕਿਹਾ, ਪਾਉ ਭਗਤ ਸਿਉ ਕਾਜ ਨ ਕਛੁਐ, मेरो काम दीवान। पाओ तो मतलब है प्यार, ज्यो तो मतलब है नाल, काज ना कछुए, कछुए काज ना कोई काम नहीं, ਜਾਂ ਕੋਈ ਲੋੜ ਨਹੀਂ। ਦੀਵਾਨ ਕਚਹਿਰੀ ਜਾਂ ਹੁਕੂਮਤ ਲਈ ਆਇਆ ਹੈ। ਆਖਦਾ ਹੈ ਮੇਰਾ ਕੰਮ ਹੈ ਹੁਕੂਮਤ ਕਰਨੀ, ਪਰਮਾਤਮਾ ਦੀ ਭਗਤੀ ਦੀ ਮੈਨੂੰ ਕੋਈ ਲੋੜ ਨਹੀਂ। ਪਾਓ ਭਗਤ, ਰੱਬੀ ਭਗਤੀ ਪ੍ਰਤੀ ਭੈ ਪਾਉਣੀ, ਰੱਬ ਜੀ ਪ੍ਰਤੀ ਭੈ ਪਾਉਣੀ। ਬੰਦੇ ਨੂੰ ਬੰਦੇ ਦੇ ਵਿੱਚ ਰੱਬ ਨਜ਼ਰ ਨਹੀਂ ਆਉਂਦਾ, ਤਾਂ ਹੀ ਤਾਂ ਆਪਣੇ ਅਹੁਦੇ ਤੇ ਬੈਠਾ ਸਾਹਮਣੇ ਵਾਲੇ ਨੂੰ ਢਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਜ਼ਿੰਮੇਵਾਰੀਆਂ ਦਾ ਨਹੀਂ ਪਤਾ, ਸਿਰਫ ਤੇ ਸਿਰਫ ਰੋਸ਼, ਹਰ ਵੇਲੇ ਸਵਾਲ, ਇਹ ਨਹੀਂ ਕੀਤਾ, ਇਹ ਨਹੀਂ ਹੋਇਆ, ਇੰਜ ਕਰਨਾ ਸੀ। ਕਬੀਰ ਸਾਹਿਬ ਜੀ ਕਹਿੰਦੇ ਹਨ, ਭਾਉ ਭਗਤ ਸਿਉ ਕਾਜ ਨ ਕਛੁਐ, मेरो काम दीवान। ਕਬੀਰ ਜੀ ਦਾ ਹੀ ਉਚਾਰਨ ਕੀਤਾ ਇੱਕ ਸ਼ਬਦ ਹੈ, ਜਿਹੜਾ ਇਸ ਦੀ ਵਿਆਖਿਆ ਕਰਦਾ ਹੈ, ਜਿਸ ਦੀ ਰਾਹ ਦੀ ਤੁਕ ਵਿੱਚ ਕਬੀਰ ਜੀ ਫਰਮਾਉਂਦੇ ਹਨ, ਚਲਤ ਕਤ ਟੇਡੇ ਟੇਡੇ ਟੇਡੇ, ਅਸਤ ਚਰਮ ਵਿਸ਼ਟਾ ਕੇ मूंदे, दुर्गंध ही के बेटे। तू क्यों टेढ़ा टेढ़ा चलता है, पाओ सही क्यों नहीं चलता। हे अनजान जीव, आकड़ आकड़ के क्यों तुरदा है। आखिर है ਤਾਂ ਤੂੰ ਹੱਡੀਆਂ, ਚਮੜੀ ਅਤੇ ਵਿਸ਼ਟਾ ਦਾ ਭਰਿਆ ਹੋਇਆ ਅਤੇ ਦੁਰਗੰਧ ਨਾਲ ਲਿਬੜਿਆ ਹੋਇਆ ਹੈ, ਜਿਸ ਦੀ ਤੂੰ ਰਾਖੀ ਕਰਦਾ ਪਿਆ ਹੈ, ਸਾਰ ਸੰਭਾਲ ਕਰਦਾ ਪਿਆ ਹੈ। ਸਵਾਸਾਂ ਦੀ ਪੂੰਜੀ ਜਦੋਂ ਮੁੱਕ ਗਈ, ਇਸਨੇ ਢਹਿ ਢੇਰੀ ਹੋ ਜਾਣਾ ਹੈ। ਇਹ ਸਰੀਰ ਰੇਤ ਦੇ ਘਰ ਵਰਗਾ ਹੈ, ਪਾਓ ਕਿਸੇ ਵੇਲੇ ਵੀ ਢਹਿ ਜਾਣ ਵਾਲਾ ਹੈ, ਜਿਸ ਤੇ ਤੂੰ ਮਾਣ ਪਿਆ ਕਰਦਾ ਹੈ। ਬਲੂਆ ਕੇ ਘਰੁਆ ਮੈਂ ਬਸਤੇ, ਫੁੱਲ ਫੁੱਲਤਵ ਦੇਹ ਅਯਾਨੇ। ਕਬੀਰ ਸਾਹਿਬ ਜੀ ਨੇ ਸੁਚੇਤ ਕਰਦੇ ਹੋਏ ਕਿਹਾ, ਕਹੋ ਕਬੀਰ ਜੈ ਰਾਮ ਨਾ ਚੇਤਿਓ, ਬੂढ़े ਬਹੁਤ ਸਿਆਣੇ। पाओ भगत स्यो काज न कछुए, मेरो काम दीवान। तेरा भक्ति भाव, जिम्मेवारियां प्रति तेरी कोई सोच नहीं है, मेरो काम दीवान। तू किस तरह ਦੀ ਜ਼ਿੰਦਗੀ ਜਿਉਂਦਾ ਹੈ, ਕਹਿੰਦਾ ਹੈ ਮੇਰਾ ਕੰਮ ਤੇ ਹੁਕੂਮਤ ਕਰਨਾ ਹੈ, ਰੌਬ ਪਾਣਾ ਹੈ। ਇਹ ਅੰਦਰ ਹੈ ਹੀ ਨਹੀਂ, ਸੋਚ ਹੀ ਨਹੀਂ ਹੈ ਕਿ ਮੈਂ ਚੱਲਣਾ ਕਿਸ ਤਰ੍ਹਾਂ ਹੈ, ਮੇਰੀ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਕੀ ਹਨ। ਮੈਂ ਜੇ ਘਰ ਦੇ ਵਿੱਚ ਵੱਡਾ ਹਾਂ, ਜੇ ਘਰ ਦੀ ਜ਼ਿੰਮੇਵਾਰੀ ਮੇਰੇ ਕੋਲ ਹੈ, ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਛੋਟਿਆਂ ਨੂੰ ਪਿਆਰ ਕਰਾਂ, ਬਰਾਬਰ ਵਾਲਿਆਂ ਪ੍ਰਤੀ ਸਨੇਹ ਦੀ ਭਾਵਨਾ ਰੱਖਾਂ, ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਹੋਵੇ। ਇਹ ਮੇਰੇ ਕੋਲ ਹੋਣੀ ਚਾਹੀਦੀ ਹੈ। ਜੇ ਮੈਂ ਵਰਕ ਪਲੇਸ ਤੇ ਕੰਮ ਤੇ ਹਾਂ, ਤਾਂ ਉੱਥੇ ਮੇਰੇ ਅੰਦਰ ਇਹ ਸਮਝ ਹੋਣੀ ਚਾਹੀਦੀ ਹੈ ਕਿ ਟੀਮ ਵਰਕ ਵੀ ਚੱਲਣਾ ਹੈ, ਸਾਰਿਆਂ ਨੂੰ ਬਰਾਬਰ ਦੀ ਨਿਗਾਹ ਨਾਲ ਦੇਖਣਾ ਹੈ। ਕਿਉਂਕਿ ਜੇ ਵਿਤਕਰਿਆਂ 'ਚ ਪੈ ਗਿਆ, ਤਾਂ ਜਿਹੜਾ ਮੇਰੇ ਨਾਲ ਚਾਪਲੂਸੀ ਕਰੇਗਾ, ਉਸਨੂੰ ਤਾਂ ਚੰਗਾ ਸਮਝਾਂਗਾ। ਜਿਹੜਾ ਕੰਮ ਕਰਨ ਵਿੱਚ ਇਮਾਨਦਾਰ ਹੋਵੇ, ਜ਼ਿੰਮੇਦਾਰੀ ਨਾਲ ਕੰਮ ਕਰਦਾ ਹੋਵੇ, ਪਰ ਚਾਪਲੂਸੀ ਨਾ ਕਰਦਾ ਹੋਵੇ, ਫਿਰ ਉਸਨੂੰ ਬੰਦਾ ਹੀ ਨਾ ਸਮਝਾਂ। ਸਮਾਜ ਵਿੱਚ ਹੁੰਦਾ ਇਸੀ ਤਰ੍ਹਾਂ ਹੈ। ਬਾਰ-ਬਾਰ ਉਹਨਾਂ ਨੂੰ ਹੀ ਚੋਭਾਂ ਮਾਰੀਆਂ ਜਾਂਦੀਆਂ ਹਨ। ਕਬੀਰ ਸਾਹਿਬ ਕਹਿੰਦੇ ਹਨ, ਤੂੰ ਇਸ ਤਰ੍ਹਾਂ ਕਿਉਂ ਕਰਦਾ ਹੈ? ਕਿਉਂਕਿ ਤੇਰੇ ਕੋਲ ਭਾਵ ਭਗਤੀ ਨਹੀਂ ਹੈ, ਰੱਬ ਜੀ ਪ੍ਰਤੀ ਭੈ ਭਾਵਨੀ ਨਹੀਂ ਹੈ। ਰੱਬੀ ਭਗਤੀ ਵਜੋਂ ਜਿਹੜੀ ਉਹ ਜ਼ਿੰਮੇਵਾਰੀ ਨਿਕਲਣੀ ਸੀ, ਤੇਰੇ ਕੋਲ ਉਹ ਨਹੀਂ ਹੈ, ਉਹ ਸੋਚ, ਉਹ ਸਮਝ ਨਹੀਂ ਹੈ। ਇਸ ਕਰਕੇ ਤੈਨੂੰ ਜ਼ਿੰਦਗੀ ਜਿਉਣ ਦਾ ਢੰਗ ਨਹੀਂ ਹੈ। ਫਿਰ ਦੂਜੇ ਬੰਦ ਵਿੱਚ ਕਿਹਾ, ਲਾਲਚ ਝੂਠ ਬਿਕਾਰ ਮਹਾਮਦ, ਇਹ ਬਿਦ ਔਧ ਬਿਹਾਨ। ਕਹਿ ਕਬੀਰ ਅੰਤ ਕੀ ਬੇਰ, ਆਏ ਲਾਗੋ ਕਾਲ ਨਿਦਾਨ। ਮਤ ਤੋਂ ਭਾਵ ਹੰਕਾਰ ਵਿੱਚ, ਇਹ ਬਿਦ ਇੰਨੀ ਢੰਗੀ, ਇਨ੍ਹਾਂ ਤਰੀਕਿਆਂ ਨਾਲ। ਔਧ ਉਮਰ ਲਈ ਆਇਆ ਹੈ, ਬਿਹਾਨ ਗੁਜ਼ਰਦੀ ਹੈ, ਭਾਵ ਬੀਤਦੀ ਹੈ। ਕਹਿ ਆਖਦਾ ਹੈ, ਕਹਿ ਦੋ ਭਾਵ ਹੈ ਆਖਦਾ ਹੈ। ਬੇਰ ਤੋਂ ਭਾਵ ਹੈ ਸਮੇਂ, ਆਏ ਲਾਗੋਂ ਆ ਪੜਦਾ ਹੈ। ਕਾਲ ਮੌਤ ਲਈ ਆਇਆ ਹੈ, ਨਿਦਾਨ ਓੜਕ ਨੂੰ ਕਿਹਾ ਹੈ।
कनिक स्त्री ਲਈ ਆਇਆ ਹੈ, ਮਹਾ ਬੜੀ ਪੇਖ ਪਾਓ ਵੇਖ ਕੇ, ਸੱਚ ਸਦਾ ਟਿਕੇ ਰਹਿਣ। ਸਾਰੀ ਜ਼ਿੰਦਗੀ ਤੂੰ ਲਾਲਚ, ਝੂਠ, ਵਿਕਾਰ, ਇਸ ਨਸ਼ੇ ਵਿੱਚ, ਇਸ ਮਦ ਵਿੱਚ ਜਿਉਂਦਾ ਹੈ। ਇਹ ਨਸ਼ਾ ਤੇਰੇ ਸਿਰ ਚੜਿਆ ਹੋਇਆ ਸੀ, ਜਿਸ ਨੂੰ ਕਬੀਰ ਜੀ ਨੇ ਕਿਹਾ, ਰਾਖ ਲਿਓ ਹਮ ਤੇ ਬਿਗਰੀ, ਸੀਲ ਧਰਮ ਜਪ ਭਗਤ ਨਾ ਕੀਨੀ, ਹਉ ਅਭਿਮਾਨ ਟੇਢ ਪਗਰੀ। ਕਬੀਰ ਸਾਹਿਬ ਕਹਿੰਦੇ ਹਨ, ਪ੍ਰਭੂ ਮੇਰੀ ਲਾਜ ਰੱਖ ਲੈ, ਮੇਰੇ ਤੋਂ ਇਹ ਬੜਾ ਮਾੜਾ ਕੰਮ ਹੋਇਆ। ਨਾ ਮੈਂ ਚੰਗਾ ਸੁਭਾਅ ਬਣਾਇਆ ਤੇ ਨਾ ਹੀ ਜੀਵਨ ਦਾ ਫਰਜ਼ ਕਮਾਇਆ, ਨਾ ਹੀ ਤੇਰੀ ਬੰਦਗੀ, ਤੇਰੀ ਭਗਤੀ ਕੀਤੀ। ਮੈਂ ਤਾਂ ਸਦਾ ਅਹੰਕਾਰ ਹੀ ਕਰਦਾ, ਵਿੰਗੇ ਰਾਹ ਹੀ ਪਿਆ ਰਿਹਾ, ਟੇਢਾਪਨ ਫੜੀ ਰੱਖਿਆ, ਜ਼ਿੰਦਗੀ ਮੈਂ ਇਹੋ ਜਿਹੀ ਜੀਵੀ। ਕਹਿ ਕਬੀਰ ਅੰਤ ਕੀ ਬੇਰ, ਆਏ ਲਾਗੋ ਕਾਲ ਨਿਦਾਨ। ਅੰਤ ਨੂੰ ਤਾਂ ਫਿਰ ਅਖੀਰ ਨੂੰ ਨਿਦਾਨ ਪਾਓ, ਅਖੀਰ ਨੂੰ ਕਾਲ ਦੀ ਫਾਹੀ ਤੇਰੇ ਗਲ ਪੈ ਹੀ ਜਾਣੀ ਹੈ। ਸਰੀਰਕ ਤਲ ਤੇ ਵੀ ਤੂੰ ਇੱਕ ਦਿਨ ਮੁੱਕਣਾ ਹੈ, ਪਰ ਉਹ ਪਤਾ ਨਹੀਂ ਕਦੋਂ ਮੁੱਕੇਗਾ। ਕਿੰਨੀ ਤੇਰੀ ਉਮਰ ਹੈ, ਹੋ ਸਕਦਾ ਹੈ ਉਮਰ ਲੰਬੀ ਹੋਵੇ, ਪਰ ਇਹ ਜਿਹੜਾ ਵਿਕਾਰਾਂ 'ਚ ਹਰ ਪਲ ਤੂੰ ਮਰਦਾ ਪਿਆ ਹੈ, ਹਰ ਵੇਲੇ ਮਰਦਾ ਪਿਆ ਹੈ, ਇੱਥੋਂ ਤੂੰ ਨਹੀਂ ਬਚ ਸਕਦਾ। ਇਹ ਅੰਤ ਕਾਲ ਤਾਂ ਫਿਰ ਪਤਾ ਨਹੀਂ ਕਿਹੜੇ ਵੇਲੇ ਜ਼ਿੰਦਗੀ ਦੇ ਵਿੱਚ ਹਰ ਪਲ ਹੀ ਵਾਪਰਦਾ ਰਵੇ। ਇੱਥੋਂ ਤੈਨੂੰ ਬਚਣ ਦੀ ਲੋੜ ਹੈ। ਕਬੀਰ ਸਾਹਿਬ ਜੀ ਨੇ ਵਿਅੰਗ ਰਾਹੀਂ ਇਹ ਸਮਝਾਇਆ ਹੈ ਕਿ ਅਹੰਕਾਰੀ ਜਾਂ ਗਲਤ ਰਾਹ ਤੇ ਤੁਰਨ ਵਾਲੇ ਲੋਕਾਂ ਨੂੰ ਭਗਤ, ਨਿਮਰਤਾ ਅਤੇ ਸੱਚਾਈ ਨਾਲ ਕੋਈ ਭਗਤੀ, ਨਿਮਰਤਾ ਅਤੇ ਸੱਚਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਪਰ ਅਸਲ ਜੀਵਨ ਦਾ ਮੂਲ ਸੁਖ ਅਤੇ ਸ਼ਾਂਤੀ, ਸੱਚੀ ਭਾਵਨਾ ਅਤੇ ਅਧਿਆਤਮਿਕਤਾ ਜੀਵਨ ਵਿੱਚ ਹੀ ਹੈ। ਆਪਣੇ ਜੀਵਨ ਨੂੰ ਵਿਅਰਥ ਨਾ ਗਵਾਈਏ, ਲਾਲਚ, ਝੂਠ ਅਤੇ ਵਿਕਾਰਾਂ ਤੋਂ ਬਚਦੇ ਹੋਏ ਸੱਚਾਈ ਅਤੇ ਭਗਤੀ ਦੀ ਰਾਹ ਤੇ ਰਹੀਏ। ਮਰਨ ਤੋਂ ਪਹਿਲਾਂ ਪ੍ਰਭੂ ਦੀ ਯਾਦ ਵਿੱਚ ਜੁੜਨਾ ਹੀ ਜੀਵਨ ਦਾ ਅਸਲ ਮਕਸਦ ਹੈ। ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਹੋਈਆਂ ਭੁੱਲਾਂ ਲਈ ਖਿਮਾ ਦੀ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।